ਸਾਡਾ ਇਹ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਦਾ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਹਾੜੀ ਦੀਆਂ ਫਸਲਾਂ ਨੂੰ ਕੋਰੇ ਤੋਂ ਕਿਵੇਂ ਬਚਾਇਆ ਜਾ ਸਕੇ। ਇਸ ਸੰਬੰਧੀ ਸਾਡੇ ਨਾਲ ਜਾਣਕਾਰੀ ਦੇਣ ਲਈ ਜੁੜੇ ਨੇ ਡਾਕਟਰ ਕੁਲਵਿੰਦਰ ਕੌਰ ਗਿੱਲ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਬਤੌਰ ਪ੍ਰਿੰਸੀਪਲ ਸਾਇੰਟਿਸਟ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ। ਥੈਂਕ ਯੂ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕੋਰੇ ਤੋਂ ਕੀ ਭਾਵ ਹੈ ਤੇ ਕਦੋਂ ਪੈਂਦਾ ਹੈ। ਦੇਖੋ ਜੀ, ਜਿਸ ਤਰ੍ਹਾਂ ਕਿ ਹੁਣ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਤਾਂ ਜਿਹੜਾ ਰਾਤ ਦਾ ਤਾਪਮਾਨ ਆ ਉਹ ਕਾਫੀ ਜਿਹੜਾ ਫਾਲ ਕਰ ਜਾਂਦਾ ਹੈ। ਸੋ ਜਦੋਂ ਰਾਤ ਦਾ ਤਾਪਮਾਨ ਬਹੁਤ ਜ਼ਿਆਦਾ ਘਟ ਜਾਂਦਾ ਹੈ ਤਾਂ ਉਦੋਂ ਕੋਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਕੋਰੇ ਨੂੰ ਆਪਾਂ ਦੇਖ ਸਕਦੇ ਹਾਂ ਜਿਵੇਂ ਸਾਡੀ ਕੀ ਮੌਸਮ ਦੀ ਯੰਤਰਸ਼ਾਲਾ ਹੈ, ਉਹਦੇ ਵਿੱਚ ਜਦੋਂ ਜਿਹੜੀ ਧਰਤੀ ਦੀ ਸਤ੍ਹਾ 'ਤੇ ਉੱਪਰ ਇੱਕ ਬਰਫ਼ ਦੀ ਲਹਿਰ ਜੀ ਵਿਛ ਜਾਂਦੀ ਹੈ ਤਾਂ ਉਹਨੂੰ ਆਪਾਂ ਮਤਲਬ ਵਿਜ਼ੂਅਲ ਆਬਜ਼ਰਵੇਸ਼ਨਸ ਦੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਕੋਰਾ ਪੈ ਗਿਆ ਹੋਇਆ। ਸੋ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਹਵਾ ਦਾ ਤਾਪਮਾਨ ਹੈ ਅਤੇ ਇੱਕ ਜਿਹੜਾ ਧਰਤੀ ਦਾ ਤਾਪਮਾਨ ਹੈ ਉਹਦੇ ਵਿੱਚ 4 ਡਿਗਰੀ ਦਾ ਫਰਕ ਹੁੰਦਾ ਹੈ। ਵੀ ਜੇ ਹਵਾ ਦਾ ਤਾਪਮਾਨ 4 ਡਿਗਰੀ ਹੈ ਤਾਂ ਧਰਤੀ ਦਾ ਤਾਪਮਾਨ 0 ਡਿਗਰੀ ਹੈ ਤਾਂ ਕੋਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਜਦੋਂ 0 ਡਿਗਰੀ ਤੋਂ ਤਾਪਮਾਨ ਥੱਲੇ ਜਾਂਦਾ ਹੈ ਅਤੇ ਉਦੋਂ ਜਿਹੜਾ ਆ ਕੋਰਾ ਪੈ ਜਾਂਦਾ ਹੈ। ਸੋ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਹੁਣ ਇਹ ਜਦੋਂ ਮਤਲਬ ਡਿਫਰੈਂਸ ਜਿਵੇਂ ਉਹਨਾਂ ਦਾ ਵਧੀ ਜਾਂਦਾ ਹੈ ਤਾਂ ਹੋ ਸਕਦਾ ਕਈ ਵਾਰੀ ਮਾਈਨਸ ਦੇ ਵਿੱਚ ਵੀ ਟੈਂਪਰੇਚਰ ਚਲਾ ਜਾਂਦਾ ਹੈ। ਸੋ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਕੋਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਡਾਕਟਰ ਸਾਹਿਬ, ਜਿਹੜਾ ਤੁਸੀਂ ਦੱਸਿਆ ਕਿ 4 ਡਿਗਰੀ ਦਾ ਜਿਹੜਾ ਫਰਕ ਹੈ ਤਾਪਮਾਨ ਦੇ ਵਿੱਚ, ਜਿਹੜਾ ਹਵਾ ਦੇ ਤੇ ਧਰਤੀ ਦੇ ਤਾਪਮਾਨ ਦੇ ਵਿੱਚ ਫਰਕ ਹੁੰਦਾ ਹੈ, ਉਹ ਤੋਂ ਇਲਾਵਾ ਵੀ ਕੋਈ ਹਾਲਾਤ ਨੇ ਜਿਹੜੇ ਕੋਰੇ ਲਈ ਅਨੁਕੂਲ ਨੇ? ਹਾਂਜੀ, ਜਿਸ ਤਰ੍ਹਾਂ ਮੇਨਲੀ ਤਾਂ ਜਿਹੜਾ ਕੋਰਾ ਹੈਗਾ ਉਹ ਦਸੰਬਰ, ਜਨਵਰੀ, ਫਰਵਰੀ ਹੈ ਨਾ, ਇਹ 3 ਮਹੀਨਿਆਂ ਦੇ ਵਿੱਚ ਜਿਹੜਾ ਦੇਖਿਆ ਜਾਂਦਾ ਹੈ। ਕਿਉਂਕਿ ਜਿਹੜੇ ਉੱਤਰ ਪੱਛਮੀ ਇਲਾਕੇ ਹੈ ਜਾਂ ਜਿਵੇਂ ਪੰਜਾਬ ਦੇ ਜਾਂ ਆਪਾਂ ਭਾਰਤ ਦੇ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚ ਜਦੋਂ ਦਸੰਬਰ, ਜਨਵਰੀ, ਫਰਵਰੀ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਘਟਦਾ ਹੈ ਉਦੋਂ ਜਿਹਦਾ ਕੋਰਾ ਜਿਹੜਾ ਉਹ ਦੇਖਿਆ ਜਾਂਦਾ ਹੈ। ਪਰ ਇਹਦੇ ਲਈ ਕੁਝ ਜਿਹੜੇ ਹਾਲਾਤ ਅਨੁਕੂਲ ਹੈਗੇ ਨੇ, ਜਿਵੇਂ ਕਿ ਬਿਲਕੁਲ ਸ਼ਾਂਤ ਹਵਾ ਹੋਵੇ ਹੈ ਨਾ, ਕੋਈ ਹਵਾ ਦੀ ਗਤੀ ਨਾ ਹੋਏ, ਜਿਹੜਾ ਘੱਟ ਤਾਪਮਾਨ ਹੋਏ ਅਤੇ ਬਿਲਕੁਲ ਅਸਮਾਨ ਸਾਫ਼ ਹੋਵੇ, ਮਤਲਬ ਬੱਦਲਵਾਈ ਬਿਲਕੁਲ ਨਾ ਹੋਵੇ, ਉਦੋਂ ਆਪਾਂ ਕਹਿ ਸਕਦੇ ਹਾਂ ਕਿ ਕੋਰਾ ਪੈਣ ਦੇ ਜਿਹੜੇ ਹਾਲਾਤ ਹੈ ਉਹ ਅਨੁਕੂਲ ਹੋ ਜਾਂਦੇ ਆ। ਪਰ ਇਹਦੇ ਲਈ ਸਾਡੇ ਕੋਲ ਸਿਰਫ ਇੱਕ ਦਿਨ, ਜਿਵੇਂ ਕਿ ਅੱਜ ਕੋਰਾ ਪੈ ਰਿਹਾ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਦੇ ਜਾਂ 2 ਦਿਨ ਜਾਂ 3 ਦਿਨ ਪਹਿਲਾਂ ਦੇ ਜਿਹੜੇ ਹਾਲਾਤ ਨੇ ਉਹ ਵੀ ਬਹੁਤ ਜ਼ਿਆਦਾ ਇਹਦੇ ਲਈ ਰੋਲ ਪਲੇ ਕਰਦੇ ਹੈ ਨਾ। ਕਿ ਜੇ ਹੁਣ ਇੱਕ ਦਿਨ ਪਹਿਲਾਂ ਜਿਹੜਾ ਸਾਡਾ ਦਿਨ ਦਾ ਤਾਪਮਾਨ ਹੈ ਉਹ ਮਤਲਬ ਦਿਨ ਦਾ ਤਾਪਮਾਨ ਤਾਂ ਹੁੰਦਾ ਹੈ ਕਿ ਬਿਲਕੁਲ ਮਤਲਬ ਜ਼ਿਆਦਾ ਹੋਵੇ ਤਾਪਮਾਨ, ਬਟ ਰਾਤ ਦਾ ਤਾਪਮਾਨ ਜਦੋਂ ਬਹੁਤ ਜ਼ਿਆਦਾ ਗਿਰਦਾ ਉਦੋਂ ਇਹ ਜਿਹੜੇ ਹਾਲਾਤ ਅਨੁਕੂਲ ਬਣ ਜਾਂਦੇ ਆ। ਪਰ ਉਹਦੇ ਨਾਲ ਜਿਹੜਾ ਅਸਮਾਨ ਹੈ ਬਿਲਕੁਲ ਸਾਫ਼ ਹੋਣਾ ਚਾਹੀਦਾ ਅਤੇ ਹਵਾ ਜਿਹੜੀ ਆ ਬਿਲਕੁਲ ਸ਼ਾਂਤ ਹੋਣੀ ਚਾਹੀਦੀ ਹੈ। ਉਹਦੇ ਨਾਲ ਇਹ ਹੁੰਦਾ ਹੈ ਕਿ ਜਦੋਂ ਦਿਨ ਵੇਲੇ ਤਾਪਮਾਨ ਜ਼ਿਆਦਾ ਹੁੰਦਾ ਅਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਜਦੋਂ ਧਰਤੀ 'ਤੇ ਪੈਂਦੀਆਂ ਤਾਂ ਧਰਤੀ ਜਿਹੜੀ ਆ ਉਹ ਗਰਮ ਹੋ ਜਾਂਦੀ ਹੈ ਅਤੇ ਉਹ ਜਦੋਂ ਰਾਤ ਨੂੰ ਮਤਲਬ ਧਰਤੀ ਆਪਣੀ ਕਿਰਨਾਂ ਛੱਡਦੀ ਹੈ ਤਾਂ ਉਹਦੇ ਨਾਲ ਜਿਹੜਾ ਧਰਤੀ ਦਾ ਤਾਪਮਾਨ ਆ ਉਹ ਹੋਰ ਜ਼ਿਆਦਾ ਗਿਰ ਜਾਂਦਾ ਹੈ। ਸੋ ਜਦੋਂ ਅਸਮਾਨ ਸਾਫ਼ ਹੁੰਦਾ ਉਹ ਜਿਹੜੀਆਂ ਕਿਰਨਾਂ ਨੇ ਉਹ ਵਾਪਸ ਵੀ ਉਸੇ ਮਤਲਬ ਡਾਇਰੈਕਸ਼ਨ 'ਚ ਜਾਂਦੀਆਂ ਨੇ ਅਤੇ ਜਿਹਦੇ ਨਾਲ ਕਿ ਇੰਨੀ ਜ਼ਿਆਦਾ ਧਰਤੀ ਠੰਡੀ ਹੋ ਜਾਂਦੀ ਹੈ ਕਿ ਜਿਹੜਾ ਕੋਰਾ ਉਹ ਪੈਣਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ, ਜਿਸ ਤਰ੍ਹਾਂ ਕਿ ਵਾਸ਼ਪੀਕਰਨ ਹੈ ਜਾਂ ਆਪਾਂ ਕਹਿ ਸਕਦੇ ਘੱਟ ਤਾਪਮਾਨ ਹੈਗਾ ਆ ਹੈ ਨਾ, ਅਤੇ ਹਵਾ ਦੀ ਗਤੀ ਹੈ, ਹਵਾ ਦੀ ਦਿਸ਼ਾ ਹੈ, ਜਦੋਂ ਹਵਾ ਵੀ ਉੱਤਰ ਪੱਛਮੀ ਇਲਾਕਿਆਂ ਤੋਂ ਚੱਲਦੀ ਹੈ ਉਦੋਂ ਵੀ ਜਿਹੜੀ ਕੋਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸੋ ਇਹੋ ਜਿਹੇ ਜਦੋਂ ਹਾਲਾਤ ਅਨੁਕੂਲ ਬਣਦੇ ਆ ਤਾਂ ਆਪਾਂ ਨੂੰ ਲਗਾਤਾਰ ਲੱਗਦਾ ਹੈ ਕਿ ਹੁਣ ਜਿਹੜਾ ਆ ਕੋਰਾ ਇਹਨਾਂ ਦਿਨਾਂ ਦੇ ਵਿੱਚ ਪੈ ਸਕਦਾ ਹੈ। ਡਾਕਟਰ ਸਾਹਿਬ, ਇਹ ਤਾਂ ਗੱਲ ਹੋਈ ਕਿ ਕੋਰਾ ਕਦੋਂ ਪੈਂਦਾ ਹੈ ਅਤੇ ਕਿਹੜੇ ਉਹਦੇ ਲਈ ਜਿਹੜੇ ਫੈਕਟਰਸ ਨੇ ਜਿਹੜੇ ਅਨੁਕੂਲ ਹੁੰਦੇ ਨੇ, ਬਟ ਜੇ ਆਪਾਂ ਅੱਗੇ ਵੱਧਦੇ ਗੱਲ ਕਰੀਏ ਤਾਂ ਪੌਦੇ ਜਿਹੜੇ ਨੇ ਆਪਣੇ, ਉਹਨਾਂ ਨੂੰ ਕੀ ਨੁਕਸਾਨ ਹੁੰਦਾ ਕੋਰੇ ਦਾ? ਦੇਖੋ, ਜਦੋਂ ਕੋਰਾ ਪੈਂਦਾ ਹੈ ਤਾਂ ਮਤਲਬ ਜਿਹੜੀ ਪੌਦਿਆਂ ਦੇ ਟਿਸ਼ੂ ਨੇ ਉਹਨਾਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹ ਜੰਮ ਜਾਂਦਾ, ਜਿਹਦੇ ਨਾਲ ਕਿ ਜਿਹੜਾ ਉਹਨਾਂ ਦਾ ਫਲੋ ਹੈ ਉਹ ਰੁਕ ਜਾਂਦਾ ਹੈ ਨਾ। ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਜਿਹੜੇ ਟਿਸ਼ੂ ਨੇ ਉਹ ਬਰਫ਼ ਪੈਣ ਦੇ ਨਾਲ ਮਰ ਜਾਂਦੇ ਆ। ਸੋ ਜਿਸ ਤਰ੍ਹਾਂ ਜਿਹੜੇ ਫਲ ਨੇ, ਫਲਾਂ ਦਾ ਨੁਕਸਾਨ ਜਿਹੜਾ ਆ ਉਹ ਬਹੁਤ ਜ਼ਿਆਦਾ ਹੁੰਦਾ ਅਤੇ ਜਿਹੜਾ ਫਲ ਦਾ ਤਾਪਮਾਨ ਅਤੇ ਹਵਾ ਦੇ ਤਾਪਮਾਨ ਦੇ ਵਿੱਚ ਜਿੰਨਾ ਫਾਸਲਾ ਵੱਧਦਾ ਜਾਂਦਾ ਹੈ ਉਨਾ ਹੀ ਨੁਕਸਾਨ ਵੱਧਦਾ ਜਾਂਦਾ ਹੈ। ਸੋ ਜਿਹੜੀ ਫਲ ਦੀ ਉੱਪਰ ਵਾਲੀ ਲੇਅਰ ਹੈ ਉਹਦੇ 'ਤੇ ਘੱਟ ਤਾਪਮਾਨ ਦਾ ਅਸਰ ਘੱਟ ਹੁੰਦਾ, ਪਰ ਜਿਹੜਾ ਅੰਦਰ ਵਾਲਾ ਗੁੱਦਾ ਹੈ ਉਹਦੇ ਵਿੱਚ ਜਿਹੜਾ ਮਤਲਬ ਅਸਰ ਆ ਉਹ ਜ਼ਿਆਦਾ ਹੁੰਦਾ ਹੈ। ਸੋ ਜਦੋਂ ਕੋਰਾ ਪੈਂਦਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਇੱਕ ਤਾਂ ਟਿਸ਼ੂ ਮਰ ਜਾਂਦੇ ਆ ਹੈ ਨਾ, ਜੇ ਉਹਦੇ ਨਾਲ ਜਿਹੜੀ ਉਹਦੀ ਸਰਕੂਲੇਸ਼ਨ ਹੈ ਉਹ ਬੰਦ ਹੋ ਜਾਂਦੀ ਹੈ ਕਿ ਜਿਹੜਾ ਪਾਣੀ ਉਹ ਬਾਹਰ ਨਿਕਲ ਜਾਂਦਾ ਅਤੇ ਦੂਸਰਾ ਇਹ ਹੁੰਦਾ ਕਿ ਜਿਹੜਾ ਗੁੱਦਾ ਆ ਉਹ ਪਹਿਲਾਂ ਜਿਹੜਾ ਡਿਸਟਰੋਏ ਹੁੰਦਾ, ਆਊਟਰ ਸਕਿਨ ਜਿਹੜੀ ਆ ਉਹ ਬਾਅਦ 'ਚੋਂ
ਖਰਾਬ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਕੋਰਾ ਪੈਂਦਾ ਉਹ ਫਲ ਨੂੰ ਜ਼ਿਆਦਾ ਨੁਕਸਾਨ ਕਰਦਾ ਤੇ ਪੌਦੇ ਨੂੰ ਘੱਟ ਨੁਕਸਾਨ ਕਰਦਾ ਹੈ ਨਾ। ਸੋ ਉਹਦੇ ਨਾਲ ਜਿਹੜੀ ਇਹਦੀ ਟਿਸ਼ੂ ਮਰਨ ਦੇ ਨਾਲ ਜਿਹੜੀ ਉਹਦੀ ਵਿਕਾਸ ਜਿਹੜਾ ਪੌਦੇ ਦਾ ਉਹ ਰੁਕ ਜਾਂਦਾ ਹੈ ਤੇ ਜਿਹੜਾ ਉਹਦੇ ਫਿਰ ਫਲ ਤੇ ਅਸਰ ਪੈਂਦਾ ਹੈ। ਡਾਕਟਰ ਸਾਹਿਬ, ਜੇ ਆਪਾਂ ਪੌਦਿਆਂ ਦੇ ਵੱਲੋਂ ਹਟ ਕੇ ਆਪਾਂ ਫਸਲਾਂ ਦੀ ਗੱਲ ਕਰੀਏ ਤਾਂ ਜਿਹੜਾ ਕੋਰਾ ਹੈ ਉਹਦਾ ਫਸਲਾਂ ਨੂੰ ਕੀ ਨੁਕਸਾਨ ਹੈ? ਦੇਖੋ, ਜੇ ਤਾਂ ਆਪਾਂ ਕਣਕ ਦੀ ਗੱਲ ਕਰਦੇ ਹਾਂ, ਕਣਕ ਤੇ ਜਿਹੜਾ ਕੋਰਾ ਆ ਉਹਦਾ ਪੋਜ਼ਿਟਿਵ ਰਿਸਪੌਂਸ ਹੁੰਦਾ ਹੈ, ਕਿਉਂਕਿ ਜਦੋਂ ਦਸੰਬਰ ਦੇ ਮਹੀਨੇ ਦੇ ਵਿੱਚ ਆਪਾਂ ਕਹਿੰਦੇ ਆ ਕਿ ਕੋਰਾ ਪੈਂਦਾ ਹੈ, ਜਦੋਂ ਕਿ ਟੈਂਪਰੇਚਰ ਫਾਲ ਕਰਦੇ ਆ, ਦਿਨ ਬਹੁਤ ਜ਼ਿਆਦਾ ਵਧੀਆ ਹੁੰਦੇ ਆ, ਹੈ ਨਾ, ਤੇ ਕਣਕ ਦੀ ਫਸਲ ਨੂੰ ਉਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ, ਕਿਉਂਕਿ ਉਹਦੇ ਨਾਲ ਟਿਲਰਿੰਗ ਬਹੁਤ ਹੁੰਦੀ ਹੈ, ਬੂਝਾ ਬਹੁਤ ਮਾਰਦੀ ਹੈ ਫਸਲ ਜੇ ਕੋਰਾ ਪੈਂਦਾ ਹੈ। ਪਰ ਜੇ ਆਪਾਂ ਦੂਜੇ ਪਾਸੇ ਹੋਰ ਫਸਲਾਂ ਦੀ ਗੱਲ ਕਰੀਏ ਜਿਹੜੀਆਂ ਕਿ ਜਿਵੇਂ ਸਬਜ਼ੀਆਂ ਨੇ ਜਾਂ ਬਾਗਾਂ ਦੇ ਵਿੱਚ, ਉੱਥੇ ਜਿਹੜਾ ਇਹਦਾ ਨੈਗੇਟਿਵ ਇੰਪੈਕਟ ਆਉਂਦਾ ਹੈ। ਤੇ ਜਿਸ ਤਰ੍ਹਾਂ ਹੁਣ ਜਨਵਰੀ ਦੇ ਵਿੱਚ ਪੈਂਦਾ ਆ ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਸਾਡੀਆਂ ਹਾੜੀ ਦੀਆਂ ਫਸਲਾਂ ਨੇ ਜਾਂ ਜਿਹੜੇ ਸਬਜ਼ੀਆਂ ਨੇ, ਜਿਵੇਂ ਕਿ ਹੋ ਗਿਆ ਸ਼ਿਮਲਾ ਮਿਰਚ ਹੋ ਗਈ, ਹੈ ਨਾ, ਬੈਂਗਣ ਹੋ ਗਏ, ਦੂਸਰੀਆਂ ਮਿਰਚਾਂ ਹੋ ਗਈਆਂ, ਈਵਨ ਆਲੂ ਜਿਹੜੇ ਆ ਉਹਨਾਂ 'ਤੇ ਜਾਂ ਮਟਰ ਹੋ ਗਏ, ਇਹਨਾਂ ਜਿਹੜੀਆਂ ਫਸਲਾਂ ਆ ਇਹਨਾਂ 'ਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਤੇ ਜੇ ਆਪਾਂ ਬਾਗਾਂ ਦੀ ਗੱਲ ਕਰੀਏ ਉਹਦੇ ਵਿੱਚ ਵੀ ਜਿਵੇਂ ਅੰਬ ਹੋ ਗਿਆ, ਪਪੀਤਾ ਹੋ ਗਿਆ, ਹੈ ਨਾ, ਤੇ ਲੀਚੀ ਹੋ ਗਈ, ਇਹ ਜਿਹੜੇ ਮਤਲਬ ਫਲ ਵਾਲੇ ਪੌਦੇ ਆ ਇਹਨਾਂ 'ਤੇ ਵੀ ਜਿਹੜਾ ਕੋਰੇ ਦਾ ਬਹੁਤ ਨੁਕਸਾਨ ਹੁੰਦਾ। ਪਪੀਤੇ 'ਤੇ ਹੋਇਆ, ਆਪਣਾ ਕੇਲੇ ਦੇ ਦਰਖਤ ਹੋਏ, ਇਹ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੇ ਨੇ, ਕਿਉਂਕਿ ਇਹਨਾਂ ਦੇ ਵਿੱਚ ਜਿੰਨੀ ਜ਼ਿਆਦਾ ਮਤਲਬ ਪਾਣੀ ਹੁੰਦਾ ਹੈ ਉਨਾ ਹੀ ਇਹਨਾਂ ਦਾ ਨੁਕਸਾਨ ਵੱਧ ਹੁੰਦਾ ਹੈ। ਸੋ ਜੇ ਆਪਾਂ ਸਰੋਂ ਦੀ ਗੱਲ ਕਰਦੇ ਹਾਂ ਤਾਂ ਸਰੋਂ 'ਤੇ ਵੀ ਇਹਦਾ ਜਿਹੜਾ ਆ ਥੋੜ੍ਹਾ ਜਿਹਾ ਨੈਗੇਟਿਵ ਇੰਪੈਕਟ ਜਾਂਦਾ ਹੈ, ਪਰ ਸਿਰਫ ਕਣਕ ਹੀ ਆ ਜਿਹੜੀ ਇਹਨੂੰ ਸਹਾਰ ਸਕਦੀ ਹੈ। ਸੋ ਉਹ ਆਪਾਂ ਕਹਿੰਦੇ ਹਾਂ ਕਿ ਜੇ ਦਸੰਬਰ ਦੇ ਵਿੱਚ ਜ਼ਿਆਦਾ ਕੋਰਾ ਪਵੇ ਜਾਂ ਟੈਂਪਰੇਚਰ ਘੱਟ ਰਵੇ ਰਾਤ ਦਾ, ਤਾਂ ਜਿਹੜੀ ਕਣਕ ਆ ਉਹ ਵੱਧ ਬੂਝਾ ਮਾਰਦੀ ਹੈ। ਪਰ ਆਮ ਤੌਰ 'ਤੇ ਜਿਹੜੇ ਫਲ ਨੇ ਜਾਂ ਜਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਖੇਤਾਂ ਦੇ ਵਿੱਚ ਆਪਾਂ ਇਸ ਮੌਸਮ ਦੇ ਵਿੱਚ ਲਾਉਂਦੇ ਹਾਂ ਹਾੜੀ ਦੀਆਂ, ਉਹਨਾਂ 'ਤੇ ਕੋਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਡਾਕਟਰ ਸਾਹਿਬ, ਤੁਸੀਂ ਅਨੇਕਾਂ ਹੀ ਫਸਲਾਂ ਦੱਸੀਆਂ ਜਿਹੜੀਆਂ ਪ੍ਰਭਾਵਿਤ ਹੁੰਦੀਆਂ ਨੇ ਕੋਰੇ ਨਾਲ, ਜਿਨ੍ਹਾਂ ਦਾ ਵਧੇਰੇ ਨੁਕਸਾਨ ਵੀ ਹੁੰਦਾ ਹੈ, ਤਾਂ ਇਹਨਾਂ ਤੋਂ ਮਤਲਬ ਕੋਰੇ ਤੋਂ ਇਹ ਫਸਲਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ? ਦੇਖੋ, ਇਹਦੇ ਵਿੱਚ ਵੀ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਢੰਗ ਨੇ ਉਹ ਅਪਣਾ ਸਕਦੇ ਹੈਗੇ ਆ। ਜਿਸ ਤਰ੍ਹਾਂ ਕਿ ਵੈਸੇ ਆਪਾਂ ਕਹਿੰਦੇ ਆ ਕਿ ਜਿਹੜਾ ਹਲਕੀਆਂ ਸਿੰਚਾਈਆਂ ਕਰਦੇ ਰਹੋ, ਹੈ ਨਾ। ਹਲਕੀ ਸਿੰਚਾਈ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਆਪਾਂ ਪਾਣੀ ਲਾਉਂਦੇ ਆ ਫਸਲ ਨੂੰ, ਤਾਂ ਜਿਹੜਾ ਉਹ ਵਾਸ਼ਪੀਕਰਨ ਹੁੰਦਾ ਹੈ, ਉਹਦੇ ਤੋਂ ਜਿਹੜੀ ਊਰਜਾ ਨਿਕਲਦੀ ਹੈ, ਉਹਦੇ ਨਾਲ ਜਿਹੜਾ ਧਰਤੀ ਦਾ ਜਿਹੜਾ ਤਾਪਮਾਨ ਆ ਉਹ ਥੋੜ੍ਹਾ ਜਿਹਾ ਵੱਧ ਜਾਂਦਾ ਹੈ, ਜਿਹਦੇ ਨਾਲ ਕਿ ਕੋਰੇ ਦਾ ਨੁਕਸਾਨ ਜਿਹੜਾ ਉਹ ਘੱਟ ਹੁੰਦਾ ਹੈ। ਤੇ ਜਾਂ ਆਪਾਂ ਕੁਝ ਕਹਿ ਸਕਦੇ ਹਾਂ ਕਿ ਮਤਲਬ ਜਦੋਂ ਪਾਣੀ ਲੱਗਦਾ ਆ ਤਾਂ ਉਹ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਉਹ ਜੰਮ ਜਾਂਦਾ ਪਾਣੀ, ਹੈ ਨਾ, ਉਹਦੇ ਵਿੱਚ, ਤਾਂ ਉਹ ਜਿਹੜਾ ਨੁਕਸਾਨ ਫਸਲ ਨੂੰ ਹੋਣ ਵਾਲਾ ਹੁੰਦਾ ਉਹਦੇ ਨਾਲ ਜਦੋਂ ਸਿੰਚਾਈ ਕਰਦੇ ਆ ਉਹ ਘੱਟ ਜਾਂਦਾ ਹੈ। ਦੂਜਾ, ਇਹਨਾਂ ਨੂੰ ਜਦੋਂ ਆਪਾਂ ਸਰਕੰਡੇ ਨਾਲ ਢੱਕਦੇ ਹਾਂ, ਸਰਕੰਡੇ ਨਾਲ ਕਹਿ ਸਕਦੇ ਹਾਂ, ਤੂੜੀ ਨਾਲ ਆਪਾਂ ਜਿਹੜੇ ਆ ਇਹਨਾਂ ਨੂੰ ਪੌਦਿਆਂ ਨੂੰ ਢੱਕ ਦਿੰਦੇ ਹਾਂ, ਉਹਦੇ ਨਾਲ ਵੀ ਆਪਾਂ ਕੋਰੇ ਦੇ ਨੁਕਸਾਨ ਨੂੰ ਘੱਟ ਕਰ ਸਕਦੇ ਹਾਂ। ਕਿਉਂਕਿ ਉਹਦੇ ਨਾਲ ਹੁੰਦਾ ਹੈ ਕਿ ਜਦੋਂ ਆਪਾਂ ਸਰਕੰਡੇ ਜਾਂ ਤੂੜੀ ਨਾਲ ਉਹਨੂੰ ਢੱਕਿਆ ਹੁੰਦਾ ਹੈ ਤਾਂ ਜਿਹੜੀ ਸੂਰਜ ਦੀ ਊਰਜਾ ਦਿਨ ਵੇਲੇ ਆਉਂਦੀ ਹੈ, ਉਹਦੇ ਨਾਲ ਉਹ ਆਪਣੀ ਜਿਹੜੀ ਊਰਜਾ ਅੰਦਰ ਜ਼ਬਤ ਕਰ ਲੈਂਦੀ ਹੈ। ਤੇ ਜਦੋਂ ਰਾਤ ਨੂੰ ਫਿਰ ਟੈਂਪਰੇਚਰ ਫਾਲ ਕਰਦਾ ਹੈ ਤਾਂ ਉਹ ਜਿਹੜਾ ਪੌਦੇ ਦਾ ਤਾਪਮਾਨ ਆ ਉਹ ਵੱਧ ਜਾਂਦਾ ਹੈ, ਕਿਉਂਕਿ ਉਹ ਉਹਦੇ ਨਾਲ ਤੂੜੀ ਨਾਲ ਢਕਿਆ ਹੁੰਦਾ। ਤੇ ਉਹਦੇ ਨਾਲ ਇਹ ਵੀ ਇੱਕ ਬਹੁਤ ਵਧੀਆ ਤਕਨੀਕ ਹੈਗੀ ਹੈ ਜਿਹਦੇ ਨਾਲ ਕਿ ਆਪਾਂ ਪੌਦਿਆਂ ਨੂੰ ਬਚਾ ਸਕਦੇ ਹਾਂ। ਦੂਜੀਆਂ ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਸੁਰੰਗਾਂ ਦੇ ਵਿੱਚ ਜਿਹੜੀ ਖੇਤੀ ਕੀਤੀ ਜਾਂਦੀ ਹੈ ਨਾ, ਜਿਵੇਂ ਕਿ ਟਨਲਸ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸ਼ਿਮਲਾ ਮਿਰਚ ਲਗਾਈ ਜਾਂਦੀ ਹੈ ਜਾਂ ਖੀਰਾ ਲਗਾਇਆ ਜਾਂਦਾ ਹੈ, ਜਾਂ ਜਿਹੜੀ ਦੂਸਰੀ ਮਿਰਚ ਹੈ ਆਪਣੀ, ਹੈ ਨਾ, ਉਹ ਜਿਹੜੀਆਂ ਸਬਜ਼ੀਆਂ ਨੇ ਜਾਂ ਮਟਰ ਨੇ, ਇਹਨਾਂ ਨੂੰ ਜਦੋਂ ਆਪਾਂ ਲਗਾਉਂਦੇ ਹਾਂ ਤਾਂ ਉਹਦੇ ਨਾਲ ਵੀ ਕਾਫੀ ਹੱਦ ਤੱਕ ਆਪਾਂ ਜਿਹੜਾ ਇਹਨੂੰ ਕੋਰੇ ਦੇ ਅਸਰ ਨੂੰ ਘੱਟ ਕਰ ਸਕਦੇ ਹਾਂ। ਉਹਦੇ ਵਿੱਚ ਇੱਕ ਜਿਹੜੀ ਆਪਾਂ ਸਰੀਏ ਨੂੰ ਲੈ ਕੇ, ਹੈ ਨਾ, ਸਰੀਆ ਜਿਸ ਤਰ੍ਹਾਂ 2 ਮੀਟਰ ਸਰੀਆ ਲੈ ਲੈਂਦੇ ਆ, ਤੇ ਉਹ ਜਦੋਂ ਆਪਾਂ ਨੀਵੀਂ ਸੁਰੰਗ ਪੱਟਦੇ ਹਾਂ ਤਾਂ ਉਹਦਾ ਗੋਲ ਆਕਾਰ ਦਾ ਜਿਹੜਾ ਸਰੀਆ ਹੈ ਉਹਨੂੰ ਮੋੜ ਕੇ ਅਰਧ ਗੋਲਾ ਬਣਾ ਲਿਆ ਜਾਂਦਾ, ਤੇ ਉਹਦੇ ਨਾਲ ਫਿਰ ਜਿਹੜੀ ਉਚਾਈ ਹੈ ਫਸਲ ਦੀ ਤੇ ਸਰੀਏ ਦੀ ਉਹ 40 ਤੋਂ 50 ਜਾਂ 60 ਸੈਂਟੀਮੀਟਰ ਜਿਹੜੀ ਜ਼ਮੀਨ ਤੋਂ ਰੱਖਣੀ ਚਾਹੀਦੀ ਹੈ, ਜਿਹਦੇ ਨਾਲ ਕਿ ਉਹਦੀ ਜਿਹੜੀ ਸਰਕੂਲੇਸ਼ਨ ਹੈ ਹੁੰਦੀ ਰਵੇ। ਸੋ ਉਹ ਜਦੋਂ ਆਪਾਂ ਸੁਰੰਗਾ ਬਣਾ ਦਿੰਦੇ ਆ, ਉਹਦੇ ਉੱਪਰ ਪਲਾਸਟਿਕ ਦੀ ਸ਼ੀਟ ਜਿਹੜੀ ਆ ਵਿਛਾ ਦਿੱਤੀ ਜਾਂਦੀ ਹੈ। ਉਹਦੇ ਨਾਲ ਜਿਹੜੀਆਂ ਕਿਰਨਾਂ ਆ ਸੂਰਜ ਉੱਤੋਂ ਆਉਂਦੀਆਂ ਨੇ ਉਹ ਆਪਣਾ ਜਿਹੜਾ ਟੈਂਪਰੇਚਰ ਹੈ ਉਹਨੂੰ ਨਿਊਟਰਲਾਈਜ਼ ਕਰਦੀਆਂ, ਤੇ ਉਹਦੇ ਨਾਲ ਜਿਹੜਾ ਕੋਰਾ ਪੈਂਦਾ ਵੀ ਹੈ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ 1-2 ਤਕਨੀਕਾਂ ਨੇ ਆਪਾਂ ਉਹਨਾਂ ਨੂੰ ਵਰਤ ਕੇ
ਸਰਦੀਆਂ ਦੇ ਵਿੱਚ ਹਾੜੀ ਦੀਆਂ ਫਸਲਾਂ ਨੂੰ ਆਪਾਂ ਬਚਾ ਸਕਦੇ ਹਾਂ। ਡਾਕਟਰ ਸਾਹਿਬ, ਬਚਾਅ ਦੀ ਗੱਲ ਤਾਂ ਆਪਾਂ ਕਰ ਲਈ ਹੈ, ਜੇ ਆਪਾਂ ਕੋਰੇ ਦੀ ਹੀ ਗੱਲ ਕਰੀਏ ਤਾਂ ਕੋਰੇ ਦੀ ਕੀ ਕੋਈ ਭਵਿੱਖਬਾਣੀ ਕੀਤੀ ਜਾ ਸਕਦੀ ਹੈ? ਜੇ ਆਪਾਂ ਨੂੰ ਪਹਿਲਾਂ ਪਤਾ ਲੱਗ ਜਾਵੇ ਕਿ ਕੋਰਾ ਪੈਣ ਵਾਲਾ ਹੈ ਤਾਂ ਸ਼ਾਇਦ ਵਧੇਰੇ ਬਚਾਅ ਕੀਤਾ ਜਾ ਸਕੇ। ਹਾਂਜੀ, ਜਿਸ ਤਰ੍ਹਾਂ ਆਪਣੇ ਕੋਲ ਮੌਸਮ ਵਿਭਾਗ ਵੱਲੋਂ ਜਾਣਕਾਰੀ ਆਉਂਦੀ ਰਹਿੰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਤਾਪਮਾਨ ਰਹੇਗਾ, ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਜਾਂ ਨਹੀਂ ਹੈ। ਜਿਸ ਤਰ੍ਹਾਂ ਕਿ ਹਰ ਮੰਗਲਵਾਰ ਤੇ ਸ਼ੁੱਕਰਵਾਰ ਸਾਨੂੰ ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਣਕਾਰੀ ਮਿਲਦੀ ਰਹਿੰਦੀ ਹੈ ਕਿ ਜਿਹੜੀ ਅਲੱਗ-ਅਲੱਗ ਭਾਗਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸਿਨੈਰੀਓ ਰਹੇਗਾ। ਸੋ ਜਦੋਂ ਸਾਨੂੰ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਹੈਗਾ ਉਹ 1 ਡਿਗਰੀ 2 ਡਿਗਰੀ ਘਟ ਸਕਦਾ ਹੈ ਜਾਂ ਜਿਹੜਾ ਨਾਰਮਲ ਨਾਲੋਂ ਉਹਦੀ ਕੀ ਸਿਚੁਏਸ਼ਨ ਹੈਗੀ ਹੈ, ਤਾਂ ਉਦੋਂ ਅਸੀਂ ਫਿਰ ਕਿਸਾਨ ਵੀਰਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਈਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਘਟੇਗਾ, ਕੋਰਾ ਪੈਣ ਦੀ ਸੰਭਾਵਨਾ ਹੋ ਸਕਦੀ ਹੈ। ਸੋ ਜਿਹੜੇ ਆਪਾਂ ਪਹਿਲਾਂ ਹੀ ਪ੍ਰਬੰਧ ਕੀਤੇ ਹੈ ਉਹ ਆਪਾਂ ਕਰ ਸਕਦੇ ਹਾਂ, ਜਿਸ ਤਰ੍ਹਾਂ ਕਿ ਹਲਕੀਆਂ ਸਿੰਚਾਈਆਂ ਕਰ ਦਿਓ, ਜਾਂ ਕਈ ਵਾਰੀ ਹੁੰਦਾ ਕਿ ਆਪਾਂ ਬਾਗਾਂ ਦੇ ਵਿੱਚ ਧੂੰਆਂ ਵੀ ਕੀਤਾ ਜਾ ਸਕਦਾ। ਧੂੰਆਂ ਕਰਕੇ ਵੀ ਜਿਹੜਾ ਥੱਲੇ ਵਾਲਾ ਜਿਹੜਾ ਟੈਂਪਰੇਚਰ ਹੈ ਉਹਦਾ ਆਪਾਂ ਉਹਨੂੰ ਵਧਾ ਸਕਦੇ ਹਾਂ। ਜਾਂ ਇੱਕ ਹੁੰਦਾ ਹੈ ਕਿ ਜਿਹੜੀਆਂ ਹਵਾ ਰੋਕੂ ਵਾੜਾ ਹੈ ਨਾ, ਵਾੜਾ ਆਪਾਂ ਲਾ ਦਿੰਦੇ ਹਾਂ ਉੱਤਰ ਪੱਛਮੀ ਇਲਾਕਿਆਂ ਵੱਲ। ਜਦੋਂ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਹਵਾ ਰੋਕੂ ਵਾੜਾ ਲਾਉਂਦੇ ਹਾਂ, ਉਹਦੇ ਨਾਲ ਵੀ ਜਿਹੜਾ ਕੋਰੇ ਦਾ ਅਸਰ ਹੈ ਘਟ ਜਾਂਦਾ, ਕਿਉਂਕਿ ਜਿਹੜੀ ਮਤਲਬ ਸਰਦੀਆਂ ਦੇ ਵਿੱਚ ਮੇਨਲੀ ਆਪਾਂ ਕਹਿੰਦੇ ਹਾਂ ਕਿ ਵੈਸਟਰਨ ਡਿਸਟਰਬੈਂਸਿਸ ਆਉਂਦੀਆਂ ਨੇ। ਵੈਸਟਰਨ ਡਿਸਟਰਬੈਂਸ ਦਾ ਮਤਲਬ ਕਿ ਜਿਹੜੀਆਂ ਉੱਤਰ ਪੱਛਮੀ ਗੜਬੜੀਆਂ ਨੇ ਨਾ, ਉਹਨਾਂ ਦੇ ਨਾਲ ਜਿਹੜਾ ਟੈਂਪਰੇਚਰ ਹੈ ਜਾਂ ਬਾਰਿਸ਼ ਹੈ ਉਹ ਹੁੰਦੀ ਹੈ। ਸੋ ਉਦੋਂ ਆਪਾਂ ਨਾਰਥ ਵੈਸਟ ਰੀਜਨ ਵੱਲ ਆਪਾਂ ਕਰਕੇ ਵਾੜਾਂ ਲਾ ਦਿੰਦੇ ਹਾਂ, ਤਾਂ ਉਹਦੇ ਨਾਲ ਜਿਹੜੀਆਂ ਠੰਡੀਆਂ ਹਵਾਵਾਂ ਆਉਂਦੀਆਂ ਨੇ ਉਹਦਾ ਅਸਰ ਘਟ ਜਾਂਦਾ ਜੀ। ਜਦੋਂ ਉਹਨਾਂ ਦਾ ਅਸਰ ਵੀ ਘਟ ਜਾਂਦਾ ਤਾਂ ਜਿਹੜੀਆਂ ਆਪਣੀਆਂ ਸਬਜ਼ੀਆਂ ਨੇ ਜਾਂ ਜਿਹੜੇ ਹੋਰ ਫਲ ਵਾਲੇ ਬੂਟੇ ਹੁੰਦੇ ਆ ਉਹਨਾਂ 'ਤੇ ਜਿਹੜਾ ਕੋਰੇ ਦਾ ਅਸਰ ਉਹ ਵੀ ਘਟ ਜਾਂਦਾ। ਸੋ ਜਦੋਂ ਆਪਾਂ ਨੂੰ ਥੋੜ੍ਹੀ ਜਿਹੀ ਸਾਨੂੰ ਪ੍ਰੈਡਿਕਸ਼ਨ ਆਉਂਦੀ ਹੈ ਕਿ ਇਸ ਤਰ੍ਹਾਂ ਦਾ ਮਤਲਬ ਸਿਨੈਰੀਓ ਬਣ ਰਿਹਾ ਹੈ ਕਿ ਹੁਣ ਕਿੰਨੇ ਦਿਨ ਹੋ ਗਏ ਹਵਾ ਨਹੀਂ ਚੱਲ ਰਹੀ ਜਾਂ ਬਿਲਕੁਲ ਸ਼ਾਂਤ ਵਾਤਾਵਰਨ ਹੈਗਾ ਆ, ਟੈਂਪਰੇਚਰ ਵੀ ਫਾਲ ਕਰ ਰਿਹਾ, ਤਾਂ ਅਸੀਂ ਅਗਰਾਹ ਕਰ ਦਿੰਦੇ ਹਾਂ ਫਾਰਮਰਸ ਨੂੰ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਾ ਪੈ ਸਕਦਾ। ਸੋ ਤੁਸੀਂ ਹਲਕੀ ਸਿੰਚਾਈ ਕਰ ਸਕਦੇ ਆ, ਥੋੜ੍ਹਾ ਬਹੁਤਾ ਧੂੰਆਂ ਕਰ ਸਕਦੇ ਆ, ਤੇ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਆਪਣੀਆਂ ਫਸਲਾਂ ਨੂੰ ਬਚਾ ਸਕਦੇ ਹਾਂ। ਡਾਕਟਰ ਸਾਹਿਬ, ਜੇ ਆਪਾਂ ਫਸਲਾਂ ਤੋਂ ਥੋੜਾ ਹਟ ਕੇ ਗੱਲ ਕਰੀਏ ਤਾਂ ਆਮ ਜਨਜੀਵਨ ਤੇ ਕੋਰੇ ਦਾ ਕੀ ਅਸਰ ਹੁੰਦਾ ਹੈ? ਜਿਵੇਂ ਜਨਜੀਵਨ ਵੀ ਪ੍ਰਭਾਵਿਤ ਹੁੰਦਾ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਦੋਂ ਫੌਗੀ ਵੈਦਰ ਹੁੰਦਾ ਹੈ ਨਾ, ਬਿਲਕੁਲ ਧੁੰਦ ਪੈ ਰਹੀ ਹੁੰਦੀ ਹੈ, ਕੋਰਾ ਵੀ ਪੈ ਰਿਹਾ ਹੁੰਦਾ ਹੈ, ਤਾਂ ਉਦੋਂ ਮਤਲਬ ਜਿਹੜਾ ਆਵਾਜਾਈ ਦੇ ਵਿੱਚ ਵੀ ਵਿਘਨ ਪੈਂਦਾ। ਤੇ ਜਾਂ ਫਿਰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸਾਹ ਲੈਣ 'ਚ ਵੀ ਪ੍ਰੋਬਲਮ ਆਉਂਦੀ ਹੈ ਨਾ, ਸੋ ਉਦੋਂ ਵੀ ਮਤਲਬ ਜਿਹੜੇ ਆਮ ਲੋਕਾਂ ਨੂੰ ਵੀ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਕਿ ਮਾਰਨਿੰਗ ਈਵਨਿੰਗ ਜਾਂ ਹੈ ਨਾ ਸਵੇਰ ਸ਼ਾਮ ਵੇਲੇ ਜਿਹੜੇ ਆ ਘਰੋਂ ਬਾਹਰ ਨਾ ਨਿਕਲਿਆ ਜਾਵੇ, ਤਾਂ ਕਿ ਜਿਹੜੀ ਕਿਉਂਕਿ ਜਦੋਂ ਉਹ ਫੌਗ ਪੈਂਦੀ ਹੈ ਤਾਂ ਉਹਦੇ ਨਾਲ ਜਿਹੜਾ ਇੰਨਾ ਜ਼ਿਆਦਾ ਪੋਲਿਊਟੈਂਟਸ ਹਵਾ ਦੇ ਵਿੱਚ ਹੁੰਦੇ ਆ, ਤੇ ਜੇ ਉਹ ਅਸੀਂ ਸਾਹ ਲੈਂਦੇ ਹਾਂ ਤਾਂ ਸਾਡੇ ਅੰਦਰ ਚਲੇ ਜਾਂਦੇ ਆ। ਸੋ ਜਿਹੜੀ ਸਵੇਰੇ ਸ਼ਾਮ ਜਿਹੜਾ ਉਹਨੂੰ ਨਿਕਲਣਾ ਅਵੋਇਡ ਕੀਤਾ ਜਾਵੇ, ਜਦੋਂ ਧੁੱਪ ਨਿਕਲੇ ਉਦੋਂ ਹੀ ਉਹ ਬਾਹਰ ਨਿਕਲਿਆ ਜਾਵੇ। ਸੋ ਇਸ ਤਰ੍ਹਾਂ ਦੇ ਜਿਹੜੇ ਕੰਡੀਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਜਿਹੜੇ ਪੋਲਿਊਟੈਂਟਸ ਜਦੋਂ ਇਨਗਲਫ ਹੋ ਜਾਂਦੇ ਆ, ਕਿਉਂਕਿ ਉਦੋਂ ਹਿਊਮਿਡਿਟੀ ਲੈਵਲ ਵੀ ਬਹੁਤ ਜ਼ਿਆਦਾ ਹਾਈ ਹੁੰਦਾ। ਜਦੋਂ ਨਮੀ ਇੰਨੀ ਜ਼ਿਆਦਾ ਹੁੰਦੀ ਹੈ ਉਹਦੇ ਉੱਪਰ ਪੋਲਿਊਟੈਂਟਸ ਮਤਲਬ ਉਹਦੇ ਉੱਪਰ ਹੋ ਜਾਂਦੇ ਆ, ਐਡ ਅਪ ਹੋ ਜਾਂਦੇ ਆ, ਤਾਂ ਉਹਦੇ ਨਾਲ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਉਹ ਅੰਦਰ ਚਲੇ ਜਾਂਦੇ ਆ। ਸੋ ਇਸ ਟਾਈਪ ਦੀਆਂ ਵੀ ਜਿਹੜੀਆਂ ਪ੍ਰੋਬਲਮਸ ਨੇ ਉਦੋਂ ਉਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਨੇ ਜਦੋਂ ਕੋਰਾ ਪੈਂਦਾ ਜਾਂ ਧੁੰਦ ਪੈਂਦੀ ਹੈ। ਸੋ ਉਦੋਂ ਇਹਨਾਂ ਚੀਜ਼ਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਡਾਕਟਰ ਸਾਹਿਬ, ਜੇ ਆਪਾਂ ਗੱਲ ਕਰੀਏ ਕਿ ਪਿਛਲੇ ਸਾਲਾਂ ਦੇ ਵਿੱਚ ਵੀ ਕੋਰਾ ਕਾਫੀ ਪਿਆ ਹੈ ਪੰਜਾਬ ਦੇ ਵਿੱਚ, ਤਾਂ ਕੋਈ ਇੱਦਾਂ ਦਾ ਆਪਣੇ ਕੋਲ ਜਾਣਕਾਰੀ ਹੋਵੇ ਕਿ ਕੋਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ? ਜੇ ਹੋਇਆ ਤਾਂ ਕਿਹੜੀਆਂ ਫਸਲਾਂ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੋਰੇ ਦਾ? ਜੇ ਆਪਾਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ 2002 ਦਸੰਬਰ ਤੇ ਜਨਵਰੀ 2003 ਦੇ ਵਿੱਚ ਮਤਲਬ ਆਲ ਇੰਡੀਆ ਲੈਵਲ ਤੇ ਹੀ ਬਹੁਤ ਜ਼ਿਆਦਾ ਜਿਹੜਾ ਕੋਰੇ ਦਾ ਨੁਕਸਾਨ ਦੇਖਿਆ ਗਿਆ। ਉਹਦੇ ਵਿੱਚ ਮਤਲਬ ਆਪਾਂ ਕਹਿ ਸਕਦੇ ਹਾਂ ਕਿ 80 ਤੋਂ 100% ਜਿਹੜਾ ਅਮਰੂਦ ਦੇ ਬਾਗ ਹੈ ਜਾਂ ਅੰਬ ਦੇ ਬਾਗ ਹੈ ਉਹਨਾਂ ਦਾ ਨੁਕਸਾਨ ਹੋਇਆ, ਤੇ 40 ਤੋਂ 50% ਜਿਵੇਂ ਲੀਚੀ ਦੇ ਬਾਗਾਂ ਦਾ ਜਿਹੜਾ ਨੁਕਸਾਨ ਉਦੋਂ ਦੇਖਿਆ ਗਿਆ ਸੀਗਾ, ਕਿਉਂਕਿ ਉਸ ਸਾਲ ਦੇ ਵਿੱਚ ਬਹੁਤ ਜ਼ਿਆਦਾ ਟੈਂਪਰੇਚਰ ਜਿਹੜਾ ਫਾਲ ਕੀਤਾ ਸੀ ਤੇ ਲਗਾਤਾਰ ਜਿਹੜਾ ਕੋਰਾ ਆ ਉਹ ਅਬਜ਼ਰਵ ਕੀਤਾ ਗਿਆ ਸੀ। ਤੋ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹ ਦੇਖੀਆਂ ਗਈਆਂ, ਜਿਸ ਤਰ੍ਹਾਂ ਕਿ ਲਗਾਤਾਰ ਜਿਵੇਂ ਆਪਾਂ 2016 ਦੀ ਗੱਲ ਕਰਦੇ ਹਾਂ ਜਾਂ 2018 ਦੀ ਗੱਲ ਕਰਦੇ ਹਾਂ ਤਾਂ ਕਈ ਵਾਰੀ
ਲਗਾਤਾਰ ਜਿਹੜੇ 4-4 5-5 ਦਿਨ ਸਾਡੇ ਕੋਲ ਟੈਂਪਰੇਚਰ ਜਿਹੜਾ ਮਾਈਨਸ ਦੇ ਵਿੱਚ ਵੀ ਰਿਕਾਰਡ ਕੀਤਾ ਗਿਆ ਨਾ 2008 ਦੇ ਵਿੱਚ ਵੀ ਸਾਡੇ ਕੋਲ ਪੰਜਾਬ ਦੇ ਵਿੱਚ ਟੈਂਪਰੇਚਰ ਮਾਈਨਸ ਦੇ ਵਿੱਚ ਵੀ ਰਿਕਾਰਡ ਕੀਤਾ ਗਿਆ। ਸੋ ਜਦੋਂ ਇਸ ਟਾਈਪ ਦਾ ਮੌਸਮ ਆਉਂਦਾ ਤੇ ਕਈ ਵਾਰੀ ਤਾਂ ਦੇਖਿਆ ਗਿਆ ਕਿ ਫਰਵਰੀ ਦੇ ਵਿੱਚ ਵੀ ਵੈਸੇ ਆਮ ਤੌਰ ਤੇ ਜਿਹੜਾ ਜਨਵਰੀ ਦੇ ਵਿੱਚ ਜਿਹੜਾ ਕੋਰਾ ਉਹ ਆਪਾਂ ਜੇ ਲੰਬੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਜਨਵਰੀ ਦੇ ਵਿੱਚ ਹੀ ਕੋਰਾ ਜਿਹੜਾ ਉਹ ਜ਼ਿਆਦਾ ਨੁਕਸਾਨ ਕਰਦਾ, ਪਰ ਸਾਡੇ ਕੋਲ ਕਈ ਇਹੋ ਜਿਹੇ ਸਾਲ ਵੀ ਨੇ ਕਿ ਫਰਵਰੀ ਦੇ ਵਿੱਚ ਵੀ ਜਿਹੜਾ ਕੋਰੇ ਨੇ ਬਹੁਤ ਨੁਕਸਾਨ ਕੀਤਾ। ਸੋ ਜਿਸ ਤਰ੍ਹਾਂ ਹੁਣ ਆਪਾਂ 2008 ਦੀ ਗੱਲ ਕਰ ਰਹੇ ਹਾਂ, ਉਦੋਂ ਵੀ ਕਣਕ ਦੀ ਫਸਲ ਨੂੰ ਫਰਵਰੀ ਦੇ ਵਿੱਚ ਕੋਰੇ ਦੀਆਂ ਜਦੋਂ ਕੋਰਾ ਪਿਆ ਤਾਂ ਜਿਹੜੀਆਂ ਕਣਕ ਦੀਆਂ ਬੱਲੀਆਂ ਉਹਦਾ ਨੁਕਸਾਨ ਹੋਇਆ, ਜਿਹਦੇ ਨਾਲ ਕਿ ਅਲਟੀਮੇਟਲੀ ਜਿਹੜਾ ਝਾੜ 'ਤੇ ਅਸਰ ਹੋਇਆ। ਸੋ ਜਿਹੜੇ ਦਸੰਬਰ, ਜਨਵਰੀ, ਫਰਵਰੀ ਇਹ ਬਹੁਤ ਹੀ ਜ਼ਿਆਦਾ ਜਿਹੜੇ ਕ੍ਰੂਸ਼ੀਅਲ ਮਤਲਬ ਮੰਥਸ ਹੁੰਦੇ ਹੈਗੇ ਆ ਜਦੋਂ ਕੋਰੇ ਦਾ ਜਿਹੜਾ ਨੁਕਸਾਨ ਹੁੰਦਾ। ਸੋ ਜਦੋਂ ਵੀ ਆਪਾਂ ਕੋਈ ਪ੍ਰੀਕਾਸ਼ਨ ਕਰਨੀ ਹੈ, ਜਦੋਂ ਜਿਵੇਂ ਕਿ ਆਪਾਂ ਮਲਚ ਕਰ ਰਹੇ ਹਾਂ ਜਾਂ ਆਪਾਂ ਜਦੋਂ ਪਲਾਸਟਿਕ ਸ਼ੀਟ ਨਾਲ ਉਹਨੂੰ ਕਵਰ ਕਰ ਰਹੇ ਹਾਂ, ਸਰਕੰਡੇ ਨਾਲ ਫਸਲ ਨੂੰ ਕਵਰ ਕਰ ਰਹੇ ਹਾਂ, ਤਾਂ ਆਪਾਂ ਦਸੰਬਰ ਦੇ ਵਿੱਚ ਹੀ ਜਿਹੜੀਆਂ ਇਹ ਸ਼ੁਰੂ ਕਰ ਦੇਣਾ ਉਹਨਾਂ ਦਾ ਬਚਾਅ ਕਰਨਾ ਕਿ ਜਦੋਂ ਆਪਾਂ ਫਸਲ ਜਿਹੜੀ ਵੀ ਫਸਲ ਆਪਾਂ ਨੂੰ ਲੱਗਦਾ ਹੈ ਕਿ ਇਹ ਕੋਰੇ ਤੋਂ ਜ਼ਿਆਦਾ ਪ੍ਰਭਾਵਿਤ ਹੈ, ਜਿਹੜੀ ਜ਼ਿਆਦਾ ਸੈਂਸਿਟਿਵ ਹੈ, ਉਹਨੂੰ ਦਸੰਬਰ ਦੇ ਵਿੱਚ ਹੀ ਤੁਸੀਂ ਕਵਰ ਕਰਨਾ ਸ਼ੁਰੂ ਕਰ ਦਿਓ। ਤੇ ਉਹ ਜਦੋਂ ਮਤਲਬ ਉਦੋਂ ਪੂਰੇ ਤਰ੍ਹਾਂ ਆਪਣਾ ਅਰੇਂਜਮੈਂਟ ਕਰਕੇ ਜਦੋਂ ਕਿਉਂਕਿ ਦਸੰਬਰ, ਜਨਵਰੀ ਦੇ ਵਿੱਚ ਆਪਣੀ ਭਵਿੱਖਬਾਣੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਤੁਸੀਂ ਆਪਣਾ ਅਰੇਂਜਮੈਂਟ ਕਰਕੇ ਫਰਵਰੀ ਤੱਕ ਉਹਨੂੰ ਰੱਖੋ। ਜਦੋਂ ਫਰਵਰੀ ਦੇ ਵਿੱਚ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਆਪਾਂ ਜਿਹੜੀਆਂ ਪਲਾਸਟਿਕ ਦੀਆਂ ਸ਼ੀਟਸਾਂ ਉਹਨੂੰ ਉਤਾਰ ਦਈਏ, ਤਾਂ ਕਿ ਉਦੋਂ ਜਦੋਂ ਕੋਰਾ ਪੈਣ ਦੀ ਸੰਭਾਵਨਾ ਘਟ ਜਾਂਦੀ ਹੈ ਤਾਂ ਆਪਾਂ ਨੂੰ ਉਦੋਂ ਉਤਾਰ ਦੇਣਾ ਚਾਹੀਦਾ, ਕਿਉਂਕਿ ਫਿਰ ਜਦੋਂ ਟੈਂਪਰੇਚਰ ਵੱਧਦਾ ਹੈ ਉਦੋਂ ਅਗਰ ਉਹ ਪਲਾਸਟਿਕ ਸ਼ੀਟ ਲੱਗੀ ਹੋਏਗੀ ਤਾਂ ਉਹਦਾ ਨੁਕਸਾਨ ਹੋਏਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਨੂੰ ਲਗਾਤਾਰ ਇਹ ਕਰਨ ਦੀ ਮਤਲਬ ਜਿਹੜੀ ਉਹ ਸਿਫਾਰਿਸ਼ ਕਰਨੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਸੀਜ਼ਨਲ ਜਿਹੜੀਆਂ ਸਬਜ਼ੀਆਂ ਹੁੰਦੀਆਂ ਉਦੋਂ ਉਹਨਾਂ ਦਾ ਭਾਅ ਘਟ ਜਾਂਦਾ। ਸੋ ਜਦੋਂ ਆਪਾਂ ਆਫ ਸੀਜ਼ਨ ਦੇ ਵਿੱਚ ਜਦੋਂ ਕਿਸਾਨ ਵੀਰ ਸਬਜ਼ੀਆਂ ਲਾਉਂਦੇ ਆ ਤਾਂ ਕਿ ਉਹਦਾ ਰੇਟ ਵਧੀਆ ਮਿਲ ਜੇ, ਪਰ ਉਹਨੂੰ ਸਾਨੂੰ ਉਨਾ ਹੀ ਬਚਾਅ ਵੀ ਜ਼ਰੂਰ ਕਰਨਾ ਚਾਹੀਦਾ। ਸੋ ਇਹ ਜਿਹੜੇ ਨੈਟ ਹਾਊਸਿਸ ਦੇ ਵਿੱਚ ਜਾਂ ਆਪਾਂ ਪਲਾਸਟਿਕ ਦੇ ਜਿਹੜੇ ਉਹ ਯੂਜ਼ ਕਰਦੇ ਆ ਗ੍ਰੀਨ ਹਾਊਸਿਸ ਦੇ ਵਿੱਚ, ਉੱਥੇ ਜਿਹੜਾ ਕੋਰੇ ਦਾ ਅਸਰ ਜਿਹੜਾ ਘੱਟ ਹੁੰਦਾ, ਪਰ ਜੇ ਉਹ ਇੰਨਾ ਜ਼ਿਆਦਾ ਮਤਲਬ ਇਕਨੋਮਿਕਲ ਨਹੀਂ ਹੁੰਦਾ ਤੇ ਸੋ ਆਪਾਂ ਜਿਹੜੀਆਂ ਨੀਵੀਆਂ ਸੁਰੰਗਾਂ ਬਣਾ ਕੇ ਵੀ ਪਲਾਸਟਿਕ ਸ਼ੀਟ ਨਾਲ ਕਵਰ ਕਰਕੇ ਇਹਨਾਂ ਫਸਲਾਂ ਨੂੰ ਆਪਾਂ ਬਚਾ ਸਕਦੇ ਹਾਂ। ਡਾਕਟਰ ਸਾਹਿਬ, ਇਹ ਤਾਂ ਗੱਲ ਹੋਈ ਕਿ ਕਿਵੇਂ ਬਦਲਦੇ ਮੌਸਮ ਦੇ ਨਾਲ ਆਪਾਂ ਫਸਲਾਂ ਦਾ ਬਚਾਅ ਕਰ ਸਕਦੇ ਹਾਂ, ਤੇ ਕੀ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਕਿਸੇ ਇੱਕ ਸਪੈਸੀਫਿਕ ਏਰੀਆ ਕੋਈ ਹੋਵੇ ਜਿੱਥੇ ਵੱਧ ਨੁਕਸਾਨ ਹੁੰਦਾ ਹੋਵੇ ਕੋਰੇ ਦਾ, ਤੇ ਕੋਈ ਇਹੋ ਜਿਹੇ ਵੀ ਸਾਡੇ ਕੋਲ ਏਰੀਆਜ਼ ਹੋਣ ਜਿੱਥੇ ਘੱਟ ਨੁਕਸਾਨ ਹੁੰਦਾ ਹੋਵੇ? ਅੱਜ ਜੇ ਆਪਾਂ ਪੂਰਾ ਆਲ ਇੰਡੀਆ ਲੈਵਲ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਉੱਤਰ ਪੱਛਮੀ ਭਾਗ ਨੇ ਹੈ ਨਾ, ਜਿਸ ਤਰ੍ਹਾਂ ਕਿ ਆਪਾਂ ਨਾਰਥ ਰੀਜਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਇਹਦਾ ਜਿਹੜਾ ਨੁਕਸਾਨ ਜਿਹੜਾ ਜ਼ਿਆਦਾ ਹੁੰਦਾ ਹੈ। ਤੇ ਬਾਕੀ ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਆਪਣੇ ਵੇਰੀਏਸ਼ਨ ਟੈਂਪਰੇਚਰਸ ਦੀ ਹੈਗੀ ਹੈ ਕਿ ਜਿਵੇਂ ਕੰਢੀ ਖੇਤਰ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਜ਼ਿਆਦਾ ਘਟਦਾ ਹੈ, ਉੱਥੇ ਕੋਰਾ ਪੈਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜੇ ਆਪਾਂ ਮੱਧਵਰਤੀ ਇਲਾਕਿਆਂ ਦੇ ਵਿੱਚ ਥੋੜ੍ਹੀ ਘੱਟ ਹੁੰਦੀ ਹੈ ਤੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਬਹੁਤ ਹੀ ਘੱਟ ਹੁੰਦੀ ਹੈ। ਸੋ ਜ਼ਿਆਦਾ ਜਿਹੜਾ ਕੋਰਾ ਆ ਉਹ ਆਪਾਂ ਕਹਿ ਸਕਦੇ ਹਾਂ ਕਿ ਉੱਪਰ ਜਿਹੜੇ ਆਪਣੇ ਇਲਾਕੇ ਹੈਗੇ ਨੇ, ਗੁਰਦਾਸਪੁਰ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਰੋਪੜ ਹੋ ਗਿਆ ਹੈ ਨਾ, ਤੇ ਫਿਰ ਆਪਣਾ ਸੈਂਟਰਲ ਪੰਜਾਬ ਆ ਜਾਂਦਾ, ਲੁਧਿਆਣਾ, ਪਟਿਆਲਾ ਹੈ ਨਾ, ਤੇ ਇਹਨਾਂ ਏਰੀਆਜ਼ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਜ਼ਿਆਦਾ ਇਹਨਾਂ ਦਾ ਹੁੰਦਾ। ਪਰ ਜੇ ਆਪਾਂ ਦੱਖਣੀ ਪੱਛਮੀ ਖੇਤਰ ਜਿਵੇਂ ਆਪਣਾ ਬਠਿੰਡਾ ਹੋ ਗਿਆ, ਮੁਕਤਸਰ, ਮਾਨਸਾ, ਉਹਨਾਂ ਦੇ ਵਿੱਚ ਏਰੀਆ ਦੇ ਵਿੱਚ ਟੈਂਪਰੇਚਰ ਇੰਨਾ ਫਾਲ ਨਹੀਂ ਕਰਦਾ, ਪਰ ਡਿਪੈਂਡ ਕਰਦਾ ਹੈ ਕਿ ਸੀਜ਼ਨ ਟੂ ਸੀਜ਼ਨ ਹੈ ਨਾ। ਜਿਸ ਤਰ੍ਹਾਂ ਕਿ ਇੱਕ ਸਾਲ ਸਾਡੇ ਕੋਲ ਫਰਵਰੀ ਦੇ ਵਿੱਚ ਬਠਿੰਡੇ ਦਾ ਟੈਂਪਰੇਚਰ ਵੀ ਬਹੁਤ ਜ਼ਿਆਦਾ ਘਟ ਗਿਆ ਸੀਗਾ। ਸੋ ਬਟ ਜ਼ਿਆਦਾ ਧਿਆਨ ਆਪਾਂ ਨੂੰ ਇਹੀ ਦੇਣਾ ਚਾਹੀਦਾ ਹੈ ਕਿ ਜਿਹੜੀ ਵੀ ਫੋਰਕਾਸਟ ਆਉਂਦੀ ਹੈ ਉਹਨੂੰ ਆਪਾਂ ਧਿਆਨ ਨਾਲ ਉਹਦੇ 'ਤੇ ਅਮਲ ਕਰੀਏ, ਕਿ ਆਪਾਂ ਦੇਖੀਏ ਕਿ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਡੇ ਕੋਲ ਚੇਤਾਵਨੀ ਮਿਲੀ ਹੈ ਤਾਂ ਅਸੀਂ ਉਸ ਹਿਸਾਬ ਨਾਲ ਇਹਦਾ ਬਚਾਅ ਕਰਨਾ ਹੈ। ਪਰ ਵੈਸੇ ਜ਼ਿਆਦਾ ਜਿਹੜੇ ਸੈਂਸਿਟਿਵ ਏਰੀਆਜ਼ ਨੇ ਉਹ ਉੱਤਰ ਪੱਛਮੀ ਜਿਹੜੇ ਇਲਾਕੇ ਨੇ ਜਾਂ ਉੱਤਰੀ ਭਾਗ ਨੇ ਪੰਜਾਬ ਦੇ, ਉਹਨਾਂ ਦੇ ਵਿੱਚ ਹੀ ਇਹਦਾ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਜੀ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਕਿ ਸਾਨੂੰ ਵੀ ਭਵਿੱਖਬਾਣੀ ਮਿਲੇ, ਜਾਣਕਾਰੀ ਮਿਲੇ ਕਿ ਕਦੋਂ ਕੋਰਾ ਪੈਣ ਵਾਲਾ ਹੈ, ਤਾਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕਿਹੜੇ ਉਹ ਸਰੋਤ ਨੇ ਜਿੱਥੋਂ ਉਹਨਾਂ ਨੂੰ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਕਦੋਂ ਕੋਰਾ ਪੈਣ ਵਾਲਾ ਹੈ? ਦੇਖੋ, ਇੱਕ ਤਾਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਆਪਾਂ ਡੇਲੀ ਜਿਹੜਾ ਅਸੀਂ ਆਪਣਾ ਵੈਦਰ ਹੈ ਉਹ ਅਪਡੇਟ ਕਰਦੇ ਹਾਂ, ਤੇ ਉਹਦੇ ਵਿੱਚ ਆਉਣ ਵਾਲੇ ਵੀ 4-5 ਦਿਨਾਂ ਦਾ ਜਿਹੜਾ ਟੈਂਪਰੇਚਰ ਹੈ ਜਾਂ ਜੋ ਮੌਸਮ ਦੀ ਭਵਿੱਖਬਾਣੀ ਹੈ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਦੂਸਰਾ, ਆਪਣੇ ਕੋਲ ਸਾਡੇ ਕੋਲ ਇੱਕ ਕਿਸਾਨ ਪੋਰਟਲ ਦੀ ਸੁਵਿਧਾ ਹੈਗੀ ਹੈ ਜਿਹਦੇ ਨਾਲ ਕਿ ਆਪਾਂ ਮੈਸੇਜ ਜਿਹੜਾ ਉਹ ਵੀ ਕਨਵੇ ਕਰ ਸਕਦੇ ਹਾਂ। ਉਹਦੇ ਵਿੱਚ ਸਾਡੇ ਕੋਲ ਕੁਝ ਵਰਡਸ ਦਾ ਮੈਸੇਜ ਅਸੀਂ ਜਿਹੜਾ ਉਹਦੇ 'ਤੇ ਪਾ ਦਿੰਦੇ ਹੈਗੇ ਆ ਕਿ ਜਿਹੜੇ ਵੀ ਸਾਡੇ ਕੋਲ ਜਿਹੜੇ ਕਿਸਾਨ ਵੀ ਰਜਿਸਟਰਡ ਨੇ
ਉਹ ਆਪਣਾ ਜਿਹੜਾ ਫ਼ੋਨ ਨੰਬਰ ਹੈਗਾ ਉਹ ਸਾਨੂੰ ਦੇ ਸਕਦੇ ਆ। ਤੇ ਉਹ ਸਾਡੇ ਕੋਲ ਇੱਕ ਮਿਸਡ ਕਾਲ ਦਾ ਕਨਸੈਪਟ ਵੀ ਹੈਗਾ, ਜਿਹੜਾ ਅਸੀਂ ਖੇਤੀ ਸੰਦੇਸ਼ ਦੇ ਇੱਕ ਜਿਹੜਾ ਸਾਡਾ ਡਿਜੀਟਲ ਨਿਊਜ਼ਪੇਪਰ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ, ਉਹ ਵੀ ਅਸੀਂ ਹਰ ਬੁੱਧਵਾਰ ਨੂੰ ਜਾਰੀ ਕਰਦੇ ਹੈਗੇ ਆ। ਤੇ ਬਾਕੀ ਅਸੀਂ ਜਿਹੜੀ ਇੱਕ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ, ਜਿਹੜੀ ਕਿ ਆਪਾਂ ਕਹਿੰਦੇ ਆ ਕਿ ਮੌਸਮ ਦੇ ਨਾਲ ਖੇਤੀ ਸਲਾਹ, ਮੌਸਮ ਸੰਬੰਧਿਤ ਖੇਤੀ ਸਲਾਹ ਜਿਹੜੀ ਹੈ ਉਹ ਵੀ ਅਸੀਂ ਹਰ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਜਾਰੀ ਕਰਦੇ ਹਾਂ। ਉਹਦੇ ਵਿੱਚ ਵੀ ਸਾਰੀਆਂ ਫਸਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਪਹਿਲਾਂ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ, ਟੈਂਪਰੇਚਰਸ ਕਿਸ ਤਰ੍ਹਾਂ ਵੇਰੀ ਕਰ ਸਕਦੇ ਨੇ। ਉਹ ਜਿਹੜੀ ਮੰਗਲਵਾਰ ਦੀ ਜਾਣਕਾਰੀ ਹੈ ਉਹ ਸ਼ੁੱਕਰਵਾਰ ਤੱਕ ਵੈਲਿਡ ਹੁੰਦੀ ਹੈ, ਫਿਰ ਸ਼ੁੱਕਰਵਾਰ ਤੋਂ ਫਿਰ ਮੰਗਲਵਾਰ ਤੱਕ ਵੈਲਿਡ ਹੁੰਦੀ ਹੈ। ਸੋ ਉਹ ਵੀ ਜਿਹੜੀ ਬਹੁਤ ਇੱਕ ਵਧੀਆ ਸਾਡੇ ਕੋਲ ਸੋਰਸ ਹੈਗਾ ਕਿ ਅਸੀਂ ਉਹ 3-4 ਦਿਨਾਂ ਦਾ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ ਕਿ ਜਿਹੜੀਆਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਵੈਦਰ ਦੀਆਂ ਕੰਡੀਸ਼ਨਸ ਰਹਿਣਗੀਆਂ ਤੇ ਜਿਹੜੀਆਂ ਉਸ ਟਾਈਮ ਦੀਆਂ ਫਸਲਾਂ ਨੇ ਉਹਨਾਂ 'ਤੇ ਉਹਦਾ ਕੀ ਅਸਰ ਹੋ ਸਕਦਾ ਉਸ ਤਰ੍ਹਾਂ ਦੇ ਮੌਸਮ ਦਾ। ਸੋ ਉਹਦੇ ਵਿੱਚ ਵੀ ਅਸੀਂ ਜਿਹੜੇ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ KVK ਨੇ ਜਾਂ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਕੇਂਦਰ, ਅਸੀਂ ਉਹ ਸਾਰਿਆਂ ਨੂੰ ਇਹ ਜਿਹੜੀ ਜਾਣਕਾਰੀ ਉਹ ਭੇਜਦੇ ਹਾਂ। ਸੋ ਇਹ ਜੇ ਕਾਫੀ ਸਾਡੇ ਕੋਲ ਸੋਰਸਿਸ ਨੇ ਜਿਨ੍ਹਾਂ ਨਾਲ ਆਪਾਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਸਕਦੇ ਹਾਂ। ਤੇ ਤੁਸੀਂ ਮਤਲਬ ਹਰ ਜਿਹੜਾ ਪਹਿਲੂ ਹੈ ਉਹਦੇ ਨਾਲ ਜਿਹੜੀ ਯੂਨੀਵਰਸਿਟੀ ਨਾਲ ਜੁੜੋ ਤੇ ਆਪਣੀ ਸਾਡੀਆਂ ਜਿਹੜੀਆਂ ਸੇਵਾਵਾਂ ਉਹ ਲਓ। ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ। ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਹੋਰ ਕੋਈ ਸੰਦੇਸ਼ ਕੀ ਦੇਣਾ ਚਾਹੋਗੇ? ਜਦੋਂ ਕੋਰੇ ਦੀ ਸਥਿਤੀ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਜਿਸ ਤਰ੍ਹਾਂ ਕਿ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਆਪਣਾ ਸੰਪਰਕ ਜ਼ਰੂਰ ਰੱਖੋ, ਕਿਉਂਕਿ ਅਸੀਂ ਮੈਸੇਜ ਦੇ ਥਰੂ ਵੀ ਜਾਣਕਾਰੀ ਜਿਹੜੀ ਹੈ ਕਿਸਾਨਾਂ ਤੱਕ ਮੁਹੱਈਆ ਕਰਦੇ ਹਾਂ। ਤੇ ਬਾਕੀ ਅਸੀਂ WhatsApp ਦੇ ਵਿੱਚ ਵੀ ਮੈਸੇਜ ਜਿਹੜੇ ਆ ਉਹ ਲੋਕਾਂ ਤੱਕ ਪਹੁੰਚਦਾ ਕਰਦੇ ਹੈਗੇ ਆ। ਪਰ ਇਹ ਹੈ ਕਿ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਏ ਕਿ ਜਦੋਂ ਇਹ ਜੀ ਸੰਭਾਵਨਾ ਹੋਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਉਹ ਗਿਰ ਰਿਹਾ ਹੈ ਨਾ, ਮਤਲਬ ਜਿਸ ਤਰ੍ਹਾਂ ਨਾਰਮਲ ਨਾਲੋਂ 2 ਡਿਗਰੀ 3 ਡਿਗਰੀ ਘਟ ਜਾਏਗਾ, ਜਦੋਂ ਸਾਨੂੰ ਵਾਰਨਿੰਗ ਆਉਂਦੀ ਹੈ ਅਸੀਂ ਉਦੋਂ ਹੀ ਫਲੈਸ਼ ਮੈਸੇਜ ਕਰ ਦਿੰਦੇ ਹਾਂ। ਤਾਂ ਤੁਸੀਂ ਉਦੋਂ ਹੀ ਆਪਣੀਆਂ ਜਿਹੜੀਆਂ ਪ੍ਰੀਕਾਸ਼ਨਸ ਨੇ ਉਹ ਕਰਨੀਆਂ ਸ਼ੁਰੂ ਕਰ ਸਕਦੇ ਹਾਂ, ਆਪਣਾ ਜੋ ਵੀ ਬਚਾਅ ਕਰ ਸਕਦੇ ਹਾਂ ਫਸਲਾਂ ਨੂੰ ਬਚਾਉਣ ਵਾਸਤੇ। ਜਿਵੇਂ ਕਿ ਹਲਕੀ ਸਿੰਚਾਈ, ਬਹੁਤ ਜ਼ਿਆਦਾ ਸਿੰਚਾਈਆਂ ਵੀ ਨਹੀਂ ਕਰਨੀਆਂ ਜਿਹਦੇ ਨਾਲ ਕਿ ਫਸਲ ਖਰਾਬ ਹੋ ਸਕਦੀ ਹੈ, ਹਲਕੀਆਂ ਸਿੰਚਾਈਆਂ ਕੀਤੀਆਂ ਜਾਣ ਤੇ ਥੋੜ੍ਹਾ ਬਹੁਤਾ ਉਹਨਾਂ ਨੂੰ ਸਰਕੰਡੇ ਨਾਲ ਢੱਕਿਆ ਜਾਏ, ਪਲਾਸਟਿਕ ਸ਼ੀਟ ਦੇ ਨਾਲ ਢੱਕਿਆ ਜਾਏ, ਜਾਂ ਫਿਰ ਮਲਚ ਜਿਹੜੀ ਵਿਧੀ ਆ ਉਹਨੂੰ ਅਪਣਾਇਆ ਜਾਏ ਕਿ ਜਿਹੜੀਆਂ ਜਿਵੇਂ ਕਿ ਗੰਨੇ ਦੀ ਫਸਲ ਹੈ ਉਹਦੇ ਵਿੱਚ ਜਿਹੜੀ ਅੰਤਰ ਆਪਾਂ ਕਹਿ ਸਕਦੇ ਹਾਂ ਕਿ ਫਾਸਲਾ ਹੁੰਦਾ ਹੈ ਨਾ, ਉਹਦੇ ਵਿੱਚ ਆਪਾਂ ਮਲਚਿੰਗ ਵੀ ਕਰ ਸਕਦੇ ਹਾਂ। ਮਤਲਬ ਮਲਚ ਕਰਕੇ ਜੋ ਤੁਸੀਂ ਪਲਾਸਟਿਕ ਦੀ ਸ਼ੀਟ ਵਿਛਾਓਗੇ ਉਹਦੇ ਨਾਲ ਜਿਹੜਾ ਧਰਤੀ ਦਾ ਟੈਂਪਰੇਚਰ ਹੈ, ਜਿਹਨੂੰ ਆਪਾਂ ਸੋਇਲ ਟੈਂਪਰੇਚਰ ਕਹਿੰਦੇ ਆ, ਉਹ ਵੀ ਆਪਾਂ ਮਤਲਬ ਉਹਨੂੰ ਮੇਨਟੇਨ ਕਰ ਸਕਦੇ ਹਾਂ। ਜਿਹੜੀ ਸੋਇਲ ਦੀ ਨਮੀ ਹੈ ਉਹਨੂੰ ਵੀ ਆਪਾਂ ਮੇਨਟੇਨ ਕਰ ਸਕਦੇ ਹਾਂ। ਸੋ ਮਲਚਿੰਗ ਵੀ ਇੱਕ ਬਹੁਤ ਵਧੀਆ ਪ੍ਰੋਸੈਸ ਹੈਗਾ। ਉਹਦੇ ਨਾਲ ਆਪਾਂ ਪਲਾਸਟਿਕ ਦੀ ਮਲਚ ਵੀ ਯੂਜ਼ ਕਰ ਸਕਦੇ ਹੈਗੇ ਆ, ਜਾਂ ਆਪਾਂ ਜਿਹੜੀ ਝੋਨੇ ਦੀ ਪਰਾਲੀ ਹੈ ਉਹਦੀ ਮਲਚ ਵੀ ਯੂਜ਼ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਵਿਧੀਆਂ ਨੇ ਇਹ ਬਹੁਤ ਹੀ ਜ਼ਿਆਦਾ ਆਸਾਨ ਵੀ ਨੇ ਤੇ ਇਹਨਾਂ 'ਤੇ ਖਰਚਾ ਵੀ ਜ਼ਿਆਦਾ ਨਹੀਂ ਆਉਂਦਾ। ਸੋ ਆਪਾਂ ਇਸ ਤਰ੍ਹਾਂ ਦੀਆਂ ਵਿਧੀਆਂ ਅਪਣਾਈਏ ਜਿਹਦੇ ਨਾਲ ਕਿ ਆਪਾਂ ਆਪਣੀ ਫਸਲ ਨੂੰ ਵੀ ਬਚਾ ਸਕੀਏ ਨੁਕਸਾਨ ਤੋਂ ਤੇ ਆਪਣਾ ਖਰਚਾ ਵੀ ਜ਼ਿਆਦਾ ਨਾ ਹੋਏ। ਜੀ ਡਾਕਟਰ ਸਾਹਿਬ ਜਿਵੇਂ ਕਿ ਖੇਤੀ ਬਹੁਤ ਹੀ ਜ਼ਿਆਦਾ ਮੌਸਮ ਨਾਲ ਪ੍ਰਭਾਵਿਤ ਇੱਕ ਆਪਣੇ ਕੋਲੇ ਖੇਤਰ ਹੈ, ਤਾਂ ਉਨਾ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਉਸ ਮੌਸਮ ਦੀ ਜਾਣਕਾਰੀ ਵੀ ਸਮੇਂ ਸਿਰ ਮਿਲਦੀ ਰਹੇ ਤਾਂ ਕਿ ਆਪਾਂ ਉਸ ਹਿਸਾਬ ਨਾਲ ਆਪਣੀਆਂ ਫਸਲਾਂ ਦਾ, ਆਪਣੇ ਆਮਦਨ ਦਾ ਬਚਾਅ ਕਰ ਸਕੀਏ। ਬਹੁਤ ਹੀ ਸੋਹਣੀ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ ਡਾਕਟਰ ਸਾਹਿਬ। ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨ ਵੀਰ ਤੁਹਾਡੀ ਜਾਣਕਾਰੀ 'ਤੇ ਅਮਲ ਕਰਨਗੇ ਤੇ ਵਧੇਰੇ ਫਾਇਦਾ ਉਠਾਉਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੇ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਕਿਸਾਨ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ।